ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲ ਚ ਲਰਨਿੰਗ ਪੁਆਇੰਟ ਦੇ ਉੱਪਰ। ਅੱਜ ਇਸ ਲੈਕਚਰ ਦੇ ਵਿੱਚ ਆਪਾਂ ਮੈਥ ਦੇ ETT 2364 ਦੇ ਲਈ MCQs ਜਿਹੜੇ ਉਹ ਕਰਾਂਗੇ। ਆਪਾਂ ਪਹਿਲਾਂ ਕਨਸੈਪਟਸ ਕਾਫੀ ਕਰ ਚੁੱਕੇ ਹਾਂ ਤੇ ਆਪਣੇ ਕੁਐਸਚਨਸ ਵੀ ਉਹਨਾਂ ਕਨਸੈਪਟਸ ਦੇ ਬਿਹਾਫ ਤੇ ਰਹਿਣਗੇ। ਟੋਟਲ ਆਪਾਂ ਹੁਣ ਤੱਕ 15+ ਲੈਕਚਰਸ ਜਿਹੜੇ ਅਪਲੋਡ ਕਰ ਚੁੱਕੇ ਹਾਂ ਕਨਸੈਪਟਸ ਦੇ ਉੱਤੇ ਤੇ ਹੁਣ ਉਹਨਾਂ ਹੀ ਕਨਸੈਪਟਸ ਦੇ ਉੱਤੇ ਆਪਾਂ ਜਿਹੜੇ MCQs ਕਰਾਂਗੇ। MCQs ਦੀ ਸੀਰੀਜ਼ ਦੇ ਵਿੱਚ ਅੱਜ ਸਾਡੇ ਕੋਲ ਜਿਹੜੇ ਕੁਐਸਚਨਸ ਨੇ ਉਹ 8 ਤੋਂ 10 ਕੁਐਸਚਨਸ ਨੇ ਤੇ ਬੜੇ ਧਿਆਨ ਨਾਲ ਇਹਨਾਂ MCQs ਨੂੰ ਦੇਖਣਾ ਹੈ ਕਿਉਂਕਿ ਉਹਨਾਂ ਕਨਸੈਪਟਸ ਨੂੰ ਯੂਜ਼ ਕਰਕੇ ਕਿਵੇਂ ਇਹ ਕੁਐਸਚਨਸ ਆਏ ਹੋਏ ਨੇ। ਔਰ ਮੈਂ ਦੱਸਦਾ ਕਿ ਜਿਹੜੇ ਵੀ ਕੁਐਸਚਨਸ ਅੱਜ ਮੈਂ ਕਰਵਾਉਂਗਾ ਇਹ PS ਟੈਟ ਦੇ ਵਿੱਚੋਂ ਚੱਕੇ ਹੋਏ ਨੇ। ਸਾਰੇ ਕੁਐਸਚਨ PTET ਦੇ ਵਿੱਚ ਆਏ ਹੋਏ ਨੇ। ਸਪੈਸ਼ਲੀ ਜਿਹੜਾ PTET ਕੀ B.Ed ਦੇ ਲਈ ਹੁੰਦਾ ਸੀ ਉਹ ਵਾਲੇ PTET ਦੇ ਵਿੱਚੋਂ ਕੁਐਸਚਨ ਜਿਹੜੇ ਸਿਲੈਕਟ ਕੀਤੇ ਗਏ ਨੇ। ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਉਸ ਸਾਰੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ, ਠੀਕ ਹੈ ਜੀ। ਸੋ ਇਹ ਸੀ ਅੱਜ ਦੇ ਲੈਕਚਰ ਦੀ ਆਪਣੀ ਇੰਟਰੋਡਕਸ਼ਨ, ਠੀਕ ਹੈ ਜੀ। ਸੋ ਆਪਣੇ ਕੁਐਸਚਨਸ ਸਾਰੇ ਦੇ ਸਾਰੇ ਟੌਪਿਕਸ ਦੇ ਵਿੱਚੋਂ ਕਵਰ ਹੋਣਗੇ। ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਵੀ ਕਰੋ, ਵੱਧ ਤੋਂ ਵੱਧ ਲਾਈਕ ਵੀ ਕਰੋ। ਸੋ ਆਓ ਆਪਾਂ ਬਿਨਾਂ ਦੇਰੀ ਤੋਂ ਆਪਣਾ ਫਸਟ ਕੁਐਸਚਨ ਜਿਹੜਾ ਉਹ ਸਟਾਰਟ ਕਰਦੇ ਹਾਂ। ਕੁਐਸਚਨਸ ਨੂੰ ਬੜੇ ਧਿਆਨ ਨਾਲ ਕਨਸੈਪਚੁਅਲੀ ਕੁਐਸਚਨ। ਫਸਟ ਕੁਐਸਚਨ ਜਿਹੜਾ ਹੈ ਉਹ ਆਪਣਾ ਆ ਰਿਹਾ ਹੈ, ਉਹ ਹੈ ਜੀ HCF ਦੇ ਬੇਸ ਤੇ, ਠੀਕ ਹੈ ਜੀ। ਤੁਹਾਨੂੰ ਤੁਹਾਡੀ ਸਕਰੀਨ ਦੇ ਉੱਪਰ ਕੁਐਸਚਨਸ ਦਿਖ ਰਿਹਾ ਹੋਏਗਾ, ਤੁਸੀਂ ਸਕਰੀਨ ਦੇ ਉੱਪਰ ਕੁਐਸਚਨ ਦੇਖ ਸਕਦੇ ਹੋ। HCF ਕੱਢਣਾ ਹੈ ਤੁਸੀਂ ਕਿਸ ਦਾ, x+1 ਦਾ ਔਰ x² - x+1 ਦਾ, ਠੀਕ ਹੈ ਜੀ। ਤੁਸੀਂ ਇਸ ਦਾ ਜਿਹੜਾ ਹੈ HCF ਕੱਢਣਾ ਹੈ। ਇੱਕ ਨੰਬਰ ਹੈ ਤੇ ਇੱਕ A ਨੰਬਰ ਹੈ। ਨੋਰਮਲੀ ਤੁਸੀਂ HCF ਜਿਹੜਾ ਦੇਖਿਆ ਹੋਏਗਾ ਉਹ HCF ਤੁਸੀਂ ਦੇਖਿਆ ਹੋਏਗਾ A ਔਰ B ਦਾ ਜਿਹੜਾ ਤੁਸੀਂ ਉਹ HCF ਕੱਢਣਾ ਹੁੰਦਾ ਹੈ ਇਨ ਨੋਰਮਲ ਵੇ। ਹੁਣ ਇੱਥੇ A ਔਰ B ਦੀ ਜਗ੍ਹਾ ਤੇ ਸਾਡੇ ਕੋਲ ਜੋ ਨੰਬਰਸ ਨੇ ਉਹ ਇਕੁਏਸ਼ਨਸ ਦੇ ਦਿੱਤੀਆਂ ਗਈਆਂ ਨੇ। ਕੀ ਦੇ ਦਿੱਤੀਆਂ ਗਈਆਂ ਨੇ? ਇਕੁਏਸ਼ਨਸ ਨੇ ਸਾਡੇ ਕੋਲ। ਹੁਣ ਇਸ ਦਾ HCF ਕੀ ਹੋਏਗਾ? ਆਪਸ਼ਨਸ ਨੇ ਸਾਡੇ ਕੋਲ A B C D, ਅਲੱਗ-ਅਲੱਗ ਆਪਸ਼ਨਸ ਨੇ। ਤਾਂ ਪਹਿਲੀ ਚੀਜ਼ ਜਿਹੜੀ ਅਸੀਂ ਸਿੱਖਣੀ ਹੈ ਉਹ ਹੈ HCF। HCF ਕੀ ਹੁੰਦਾ ਹੈ? ਹਾਈਐਸਟ ਕਾਮਨ ਫੈਕਟਰ, ਹਨਾ। ਮਹੱਤਮ ਸਮਾਵਰਤਕ, ਕਿ ਜਿਹੜਾ ਕਾਮਨ ਫੈਕਟਰ ਹੋਵੇ, ਜਿਹੜਾ ਦੋਨਾਂ ਦੇ ਵਿੱਚ ਕਾਮਨ ਹੋਵੇ ਪਰ ਹਾਈਐਸਟ ਹੋਵੇ, ਉਹ ਤੁਸੀਂ ਚੱਕਣਾ ਹੈ। ਸੋ ਨੰਬਰਸ ਦੇ ਵਿੱਚ ਸਾਨੂੰ ਪਤਾ ਚੱਲ ਜਾਂਦਾ ਕਿ 2 ਤੇ 4 ਵਿੱਚ ਹਾਈਐਸਟ ਕਾਮਨ 2 ਸੀਗਾ ਜਿਹੜਾ ਦੋਨਾਂ ਕੋਲ ਹੈ। 4 ਤੇ 8 ਦੇ ਵਿੱਚ ਹਾਈਐਸਟ ਕਾਮਨ ਫੈਕਟਰ 4 ਹੈ। ਇਹ ਅਸੀਂ ਦੱਸ ਸਕਦੇ ਹਾਂ ਬੜੇ ਈਜ਼ੀਲੀ। ਪਰ HCF ਇਹਨਾਂ 2 ਨੰਬਰਸ ਦਾ ਪੁੱਛਿਆ ਗਿਆ। ਸੋ ਤੁਹਾਡੇ ਪੇਪਰ ਦੇ ਵਿੱਚ HCF ਕਨਸੈਪਟ ਵੀ ਦਿੱਤਾ ਹੋਇਆ ਔਰ ਤੁਹਾਡੇ ਸਿਲੇਬਸ ਦੇ ਵਿੱਚ ਇਕੁਏਸ਼ਨਸ ਵੀ ਦਿੱਤੀਆਂ ਹੋਈਆਂ ਨੇ। ਔਰ ਤੁਹਾਨੂੰ ਜਿਹੜਾ ਹੈ ਟੌਪਿਕ ਦੇ ਵਿੱਚ ਕੁਐਸਚਨਸ ਆਉਣੇ ਨੇ ਸਾਰੇ 20 ਔਰ ਉਹ 20 ਕੁਐਸਚਨਸ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਅਲੱਗ-ਅਲੱਗ ਟੌਪਿਕ 'ਚ ਇੱਦਾਂ ਨਹੀਂ ਕਿ ਸਿੱਧਾ ਕੁਐਸਚਨ ਹੋਵੇ। ਇੱਦਾਂ 2 ਟੌਪਿਕਸ ਨੂੰ ਮਿਕਸ ਕਰਕੇ ਇੱਕ ਕੁਐਸਚਨ ਵੀ ਬਣਾਇਆ ਜਾ ਸਕਦਾ ਹੈ ਕਿ ਇਕੁਏਸ਼ਨਸ ਦਾ HCF ਪੁੱਛਿਆ ਜਾ ਰਿਹਾ ਹੈ, ਠੀਕ ਹੈ ਜੀ। ਸੋ ਆਪਾਂ ਇਹ ਦੇਖਣਾ ਕਿ ਇਹਨਾਂ ਦੇ ਵਿੱਚ ਕਾਮਨ ਕੀ ਹੈ। ਤਾਂ ਇਹ ਤੋਂ ਹਲੇ ਸਿੰਗਲ ਲੀਨੀਅਰ ਇਕੁਏਸ਼ਨ ਹੀ ਹੈ। ਸੋ ਇਸ ਨੂੰ ਤਾਂ ਹੋਰ ਅਲੱਗ ਤੋੜਿਆ ਹੀ ਨਹੀਂ ਜਾ ਸਕਦਾ। ਸੋ ਇਹ ਤੋਂ ਆਪਣਾ ਸਿੰਗਲ ਪਿਆ ਰਹੇਗਾ। ਗੱਲ ਇਸ ਦੀ ਹੈ ਕਿ ਅਗਰ ਇਹ ਕਿਸੇ ਫੈਕਟਰ ਦੇ ਵਿੱਚ ਟੁੱਟਦੀ ਹੈ ਤੇ ਅਗਰ ਉਸ ਫੈਕਟਰ ਦੇ ਵਿੱਚ ਇਹ ਆ ਗਿਆ ਤਾਂ HCF ਆ ਹੋ ਜਾਏਗਾ, ਅਦਰਵਾਈਜ਼ HCF 1 ਹੋ ਜਾਏਗਾ, ਠੀਕ ਹੈ ਜੀ। ਹੁਣ ਅਸੀਂ ਦੇਖੋ, ਜਿਵੇਂ ਇੱਥੇ ਸਾਡੇ ਕੋਲ ਆ ਇਕੁਏਸ਼ਨ ਹੁੰਦੀ ਸੀ ਕੁਆਡਰੈਟਿਕ, ਜਿਵੇਂ ਅਸੀਂ ਗੱਲ ਕਰਦੇ ਅਸੀਂ ਕੀਤੀ ਵੀ ਹੋਈ ਹੈ। ਅਗਰ ਇਹ ਕੁਆਡਰੈਟਿਕ ਇਕੁਏਸ਼ਨ ਹੋਵੇ ਔਰ ਅਸੀਂ ਇਸ ਦੇ ਫੈਕਟਰ ਕਰੀਏ ਤਾਂ ਅਸੀਂ ਕਰਦੇ ਹਾਂ x² - 2x - x+2 = 0। ਔਰ ਇਸ ਤਰੀਕੇ ਨਾਲ ਅਸੀਂ ਇਹਨਾਂ ਫੈਕਟਰਸ ਨੂੰ ਅਲੱਗ-ਅਲੱਗ ਕਰਕੇ ਲਿਖਣਾ ਵੀ ਸਿੱਖਦੇ ਹਾਂ ਕਿ x - 2 - 1 x - 2 = 0, x - 1 ਤੇ x - 2 = 0 ਤੇ ਇਹ ਆ ਜਾਏਗਾ। ਇਸ ਤਰੀਕੇ ਨਾਲ 2 ਫੈਕਟਰ ਆ ਗਏ, ਹਨਾ। ਇਸ ਤਰੀਕੇ ਨਾਲ ਅਸੀਂ ਫੈਕਟਰਸ ਕਰਦੇ ਹਾਂ। ਬਟ ਜਿਹੜੀ ਇਹ ਇਕੁਏਸ਼ਨ ਹੈ ਸਾਡੇ ਕੋਲ, ਇਸ ਦੇ ਫੈਕਟਰਸ ਪੋਸੀਬਲ ਹੀ ਨਹੀਂ ਹੈਗੇ। ਤੁਸੀਂ ਅਗਰ B² - 4AC ਲਗਾਓਗੇ ਸੋ ਤੁਸੀਂ ਦੇਖੋ ਇਹ ਕੀ ਆਏਗਾ। B² - 4AC, B² - 4AC, B² - 4A ਔਰ C। ਸੋ ਇਹ ਬਣ ਗਿਆ 1 - 4 - 3। ਜਦੋਂ ਇਹ ਨੈਗੇਟਿਵ ਆਉਂਦਾ ਤਾਂ ਅਸੀਂ ਕਹਿੰਦੇ ਇਹਦੇ ਕੋਲੇ ਰੀਅਲ ਰੂਟ ਹੋਏਗਾ ਹੀ ਨਹੀਂ, ਯਾਨੀ ਕਿ ਇਹ ਇਸ ਤਰੀਕੇ ਨਾਲ ਟੁੱਟੇਗੀ ਨਹੀਂ। ਅਗਰ ਇਹ ਟੁੱਟੇਗੀ ਨਹੀਂ ਤਾਂ ਇਸ ਤਰੀਕੇ ਦਾ ਇਹਦੇ ਕੋਲ ਕੋਈ ਫੈਕਟਰ ਨਹੀਂ ਮਿਲੇਗਾ। ਔਰ ਅਗਰ ਇਹਦੇ ਨਾਲ ਦਾ ਇਹਦੇ ਕੋਲ ਕੋਈ ਫੈਕਟਰ ਨਹੀਂ ਹੈ, ਜੋ ਮੰਨ ਲਓ 2 ਔਰ 3 ਹੁੰਦਾ, ਇਹਨਾਂ ਵਿੱਚ ਕੁਝ ਵੀ ਕਾਮਨ ਨਹੀਂ ਤਾਂ HCF 1।
ਸੋ ਉਵੇਂ ਹੀ ਅਗਰ ਇਹਨਾਂ ਕੋਲ ਕੁਝ ਕਾਮਨ ਨਹੀਂ ਹੈ ਸੋ HCF ਕੀ ਹੋ ਜਾਏਗਾ ਸਾਡੇ ਕੋਲ ਇਹਨਾਂ ਦਾ 1। ਸੋ ਇਹ ਸੀ ਸਮਝਣ ਵਾਲੀ ਚੀਜ਼ ਕਿ ਇਸ ਦਾ ਔਰ ਇਸ ਦਾ HCF ਹੋ ਜਾਏਗਾ 1। ਠੀਕ ਹੈ ਜੀ। ਆਪਸ਼ਨਸ ਤੁਸੀਂ ਦੇਖ ਸਕਦੇ ਹੋ, ਆਪਸ਼ਨਸ ਤੁਹਾਡੇ ਸਾਹਮਣੇ ਸਕਰੀਨ ਤੇ ਪਏ ਨੇ। ਮੈਨੂੰ ਉਹ ਕੰਮ ਇਸੇ ਕਰਕੇ ਹੀ ਮੈਂ ਸਕਰੀਨ ਦੇ ਉੱਪਰ ਕੁਐਸਚਨਸ ਲਗਾਏ ਨੇ ਕਿ ਮੈਨੂੰ ਆਪਸ਼ਨਸ ਨਾ ਲਿਖਣੇ ਪੈਣ। ਜੋ ਮੰਨ ਲਓ ਇੱਥੇ ਮੈਂ ਉਸ ਦੇ ਨਾਲ ਇੱਕ ਕੁਐਸਚਨ ਹੋਰ ਐਡ ਕਰ ਲਾਂ ਕਿ x-1 ਤੇ ਇੱਥੇ ਮੈਂ ਰੱਖ ਲੈਂਦਾ ਕੁਐਸਚਨ, ਜਾਂ ਮੰਨ ਲਓ x-2 ਰੱਖ ਲੈਂਦੇ ਔਰ x² - 5x + 6 ਰੱਖਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਇਹਨਾਂ ਦਾ HCF ਦੱਸੋ। ਸੋ ਇਸ ਦੇ ਜੋ ਫੈਕਟਰ ਬਣਨੇ ਸੀ ਉਹ ਬਣਨੇ ਸੀ x² - 3x - 2x + 6 ਔਰ ਇਹ ਹੋ ਜਾਂਦੇ ਜੀ x - 10 2x - 3 ਇਹ ਹੋ ਗਿਆ x - 2 x - 3। ਸੋ ਇਹ ਦੋ ਫੈਕਟਰ ਇਸ ਦੇ ਆਏ, ਇਹ ਪਹਿਲਾਂ ਹੀ ਚੱਲ ਰਿਹਾ ਸੀ। ਸੋ ਦੋਨਾਂ ਕੋਲ ਕਾਮਨ ਆਇਆ x - 2। ਸੋ ਇਸ ਕਰਕੇ ਫਿਰ ਇਸ ਦੋ ਇਕੁਏਸ਼ਨਸ ਦਾ HCF ਜਿਹੜਾ ਹੈ ਉਹ x - 2 ਹੋ ਜਾਏਗਾ। ਬਟ ਜੋ ਸਾਨੂੰ ਕੁਐਸਚਨ 'ਚ ਗਿਵਨ ਸੀ ਉਸ ਦੇ ਵਿੱਚ ਜੋ ਕੁਐਸਚਨ ਸੀ ਸਾਡੇ ਕੋਲ ਉਹਦੇ ਵਿੱਚ ਕੁਝ ਵੀ ਕਾਮਨ ਨਹੀਂ ਸੀ, ਤਾਂ HCF ਹੋ ਗਿਆ 1 ਔਰ ਇਹਨਾਂ ਦੋ ਇਕੁਏਸ਼ਨਸ ਦਾ HCF ਅਗਰ ਅਸੀਂ ਕੱਢੀਏ ਤਾਂ ਆ ਜਾਏਗਾ x - 2। ਬੜੇ ਈਜ਼ੀ ਤਰੀਕੇ ਨਾਲ ਤੁਸੀਂ ਸਾਰੀਆਂ ਅਪਰੋਚਸ ਨੂੰ ਸਮਝਣਾ ਹੈ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਇਹ ਚੀਜ਼ ਜਿਹੜੀ ਹੈ ਪ੍ਰੋਪਰਲੀ ਸਮਝ ਆ ਰਹੀ ਹੋਏਗੀ। ਠੀਕ ਹੈ ਜੀ। ਸੋ ਆਓ ਆਪਾਂ ਆਪਣਾ ਨੈਕਸਟ ਕੁਐਸਚਨ ਜਿਹੜਾ ਦੇਖਦੇ ਹਾਂ। ਅਗਰ ਤੁਹਾਨੂੰ ਨਹੀਂ ਸਮਝ ਆ ਰਿਹਾ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਸਾਨੂੰ ਜੀ ਇਹ ਕੁਐਸਚਨ ਜਿਹੜਾ ਹੈ ਸਮਝ ਨਹੀਂ ਆਇਆ। ਠੀਕ ਹੈ ਜੀ। ਸੋ ਇਹ ਚੀਜ਼ ਨੂੰ ਤੁਸੀਂ ਜ਼ਰੂਰ ਸਾਨੂੰ ਦੱਸੋ ਕਿ ਅਗਰ ਤੁਹਾਨੂੰ ਸਮਝ ਕੁਐਸਚਨ ਨਹੀਂ ਆ ਰਹੇ। ਆਓ ਜੀ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਆ ਗਿਆ ਹੋਵੇਗਾ। ਨੈਕਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ √48 - √192 + √75। ਠੀਕ ਹੈ ਜੀ। ਬੜਾ ਈਜ਼ੀ ਪਿਆਰਾ ਜਿਹਾ ਕੁਐਸਚਨ ਹੈ। ਆਪਸ਼ਨਸ ਤੁਸੀਂ ਦੇਖ ਸਕਦੇ ਹੋ। ਹੁਣ ਇਸ ਦੇ ਵਿੱਚ ਤੁਸੀਂ ਦੇਖੋ ਪ੍ਰੋਪਰ ਸਕੁਅਰ ਜਿਹੜਾ ਹੈ 49 ਦਾ ਹੁੰਦਾ ਹੈ, ਪ੍ਰੋਪਰ ਸਕੁਅਰ 196 ਦਾ ਹੁੰਦਾ ਹੈ ਤੇ ਪ੍ਰੋਪਰ ਸਕੁਅਰ 81 ਦਾ ਹੁੰਦਾ ਹੈ ਨਾ। ਬਟ ਇਹਨਾਂ ਨੇ ਪ੍ਰੋਪਰ ਦਿੱਤੇ ਹੀ ਨਹੀਂ ਔਰ ਆਪਾਂ ਨੂੰ ਪੁੱਛ ਰਹੇ ਇਹਨਾਂ ਨੂੰ ਐਡ ਕਰੋ ਸਬਟਰੈਕਟ ਕਰੋ, ਆਨਸਰ ਕੀ ਆਏਗਾ। ਆਪਸ਼ਨਸ ਵੀ ਤੁਸੀਂ ਦੇਖ ਸਕਦੇ ਹੋ। ਹੁਣ ਸੋ ਇੱਥੇ ਅਪਰੋਚ ਕੀ ਹੋ ਸਕਦੀ ਦੇਖੋ, ਉਹ ਪੇਪਰ 'ਚ ਤੁਹਾਡੇ ਤੋਂ 1 ਮਿੰਟ ਦੇ ਵਿੱਚ ਕੋਈ ਬਹੁਤ ਵੱਡੇ ਇੱਦਾਂ ਕਰਵਾਉਣੇ ਤਾਂ ਚਾਹੇਗਾ ਨਹੀਂ। ਉਹ ਇਸ ਤਰੀਕੇ ਦੇ ਕੋਈ ਵੀ ਗੁਣਨਖੰਡ ਜਿਹੜੇ ਉਹ ਤੁਹਾਡੇ ਤੋਂ ਕਰਵਾਉਣੇ ਨਹੀਂ ਚਾਹੇਗਾ। ਸੋ ਉਹ ਕੀ ਚਾਹ ਰਿਹਾ ਤੁਹਾਡੇ ਤੋਂ ਕਿ ਤੁਸੀਂ ਆਪਣਾ ਮਾਈਂਡ ਲਗਾਓ ਕਿ ਤੁਸੀਂ ਐਗਜ਼ੈਕਟ ਨਹੀਂ ਪਰ ਅਪਰੋਕਸੀਮੇਸ਼ਨ ਕਰਕੇ ਵੀ ਤੁਸੀਂ ਆਪਣੇ ਆਨਸਰ ਲਿਆ ਸਕਦੇ ਹੋ। ਫੋਰ ਐਗਜ਼ਾਮਪਲ ਦੇਖੋ ਇਹ 7 ਦਾ ਸਕੁਅਰ ਹੁੰਦਾ 49 ਯਾਨੀ ਕਿ 7 ਤੋਂ ਕੁਝ ਘੱਟ ਹੋਏਗਾ, ਅਪਰੋਕਸੀਮੇਟ ਤੁਸੀਂ 7 ਮੰਨ ਕੇ ਚੱਲ ਲਓ। ਇਹ 196 ਦੇ ਨੇੜੇ ਹੈ ਯਾਨੀ ਕਿ ਅਪਰੋਕਸੀਮੇਟ ਤੁਸੀਂ 14 ਮੰਨ ਕੇ ਚੱਲ ਪਓ। ਇਹ 81 ਦੇ ਨੇੜੇ ਹੈ ਯਾਨੀ ਕਿ ਅਪਰੋਕਸੀਮੇਟ ਤੁਸੀਂ 9 ਮੰਨ ਕੇ ਚੱਲ ਪਓ। 7 - 14 - 7 + 9 ਯਾਨੀ ਕਿ ਅਪਰੋਕਸੀਮੇਟ ਆਨਸਰ ਤੁਹਾਡਾ 2 ਆਉਣਾ ਚਾਹੀਦਾ ਹੈ। ਔਰ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਪਸ਼ਨਸ ਦੇ ਵਿੱਚ ਓਨਲੀ C ਆਪਸ਼ਨਸ ਦਾ ਆਨਸਰ ਹੀ ਜਿਹੜਾ ਹੈ ਉਹ 1.732 ਹੈ ਯਾਨੀ ਕਿ ਤੁਹਾਡਾ ਆਨਸਰ ਜਿਹੜਾ ਹੈ C ਆਪਸ਼ਨ ਹੋ ਜਾਏਗਾ। ਸੋ ਇਸ ਤਰੀਕੇ ਨਾਲ ਤੁਸੀਂ ਵੀ ਜਾ ਸਕਦੇ ਹੋ। ਉਹ ਪੇਪਰ 'ਚ ਤੁਹਾਡੇ ਤੋਂ ਕੋਈ ਬਹੁਤ ਜ਼ਿਆਦਾ ਇੱਥੇ ਹਾਲਾਂਕਿ B ਔਰ D ਆਪਸ਼ਨ ਕਾਫੀ ਨੇੜੇ ਨੇ 3 ਪੁਆਇੰਟ ਸਮਥਿੰਗ, ਬਟ 3 ਆ ਹੀ ਨਹੀਂ ਰਿਹਾ। ਬਟ ਠੀਕ ਹੈ ਜੀ। ਸੋ ਇਹ ਤੁਸੀਂ ਮਾਈਂਡ ਲਗਾਉਣਾ ਹੈ ਆਪਣਾ ਕਿ ਤੁਸੀਂ ਪੇਪਰ ਦੇ ਵਿੱਚ ਕਿਹੜੀ ਅਪਰੋਚ ਯੂਜ਼ ਕਰਨੀ ਹੈ ਤੁਹਾਡੇ ਕੁਐਸਚਨਸ ਦੇ ਲਈ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖਦੇ ਹਾਂ ਕਿ ਇਫ ਦਾ ਸਮਾਲਰ ਐਂਗਲ ਆਫ ਅ parallelogram is 30 degree then the measure of the bigger angle parallelogram। ਇਹ ਮੇਰੀ ਫਿਗਰ ਸਹੀ ਨਹੀਂ ਹੈ। ਪੈਰਲੈਲੋਗ੍ਰਾਮ ਅਸਲ 'ਚ ਕੀ ਹੁੰਦੀ ਹੈ ਕਿ ਆਹ ਦੋ ਲਾਈਨਾਂ ਆਪਸ 'ਚ ਸਮਾਨਾਂਤਰ ਨੇ ਔਰ ਆਹ ਵਾਲੀਆਂ ਦੋ ਲਾਈਨਾਂ ਆਪਸ 'ਚ ਸਮਾਨਾਂਤਰ ਨੇ। ਉਸਨੇ ਕਿਹਾ ਉਸ ਪੈਰਲੈਲੋਗ੍ਰਾਮ ਦਾ ਕੋਈ ਇੱਕ ਐਂਗਲ 30 ਡਿਗਰੀ ਹੈ ਤਾਂ ਮੈਨੂੰ ਹਾਈਐਸਟ ਐਂਗਲ ਦੱਸੋ ਕੀ ਹੋਏਗਾ। ਤਾਂ ਕੀ ਹੁੰਦਾ ਪੈਰਲੈਲੋਗ੍ਰਾਮ ਦੀ ਪ੍ਰੋਪਰਟੀ ਹੁੰਦੀ ਹੈ ਕਿ ਆਹ ਵਾਲਾ ਐਂਗਲ ਔਰ ਆਹ ਵਾਲਾ ਆਮੋ ਸਾਹਮਣੇ ਦੇ ਐਂਗਲ ਦਾ ਜੋੜ ਜੋ ਹੈ ਉਹ 180 ਹੋਣਾ ਹੁੰਦਾ ਹੈ। ਇਹ ਜ਼ਰੂਰੀ ਹੁੰਦਾ ਹੈ ਯਾਨੀ ਕਿ ਇਹ ਦੋ ਐਂਗਲਸ ਦਾ ਜੋੜ ਵੀ 180 ਹੋਏਗਾ। ਯਾਨੀ ਕਿ ਇਹ 30 ਹੈ ਤਾਂ ਇਹ ਹੋਏਗਾ 150। ਠੀਕ ਹੈ ਜੀ। ਸੋ ਉਸੇ ਹੀ ਤਰੀਕੇ ਨਾਲ ਮਤਲਬ ਇਹ ਅਗਰ 30 ਹੈ ਇਹ ਹੋਏਗਾ 150। ਸੋ ਇਹ ਵੀ ਉਸੇ ਤਰੀਕੇ ਨਾਲ ਹੀ ਰਹਿੰਦੇ ਨੇ 150 ਔਰ 30। ਠੀਕ ਹੈ ਜੀ। ਇਹ ਸੇਮ ਪ੍ਰੋਸੀਜਰ ਰਹਿੰਦਾ ਹੈ ਪੈਰਲੈਲੋਗ੍ਰਾਮ ਦਾ ਬਿਕੋਜ਼ ਆਫ ਕਿਉਂਕਿ ਇਹਨਾਂ ਨੇ ਸਾਰੀਆਂ ਦੇ ਸਮਾਨਾਂਤਰ ਹੋਣਾ ਹੁੰਦਾ। ਸੋ ਦੇयर इज अ प्रॉपर्टी ਆ 30 ਹੈ ਇਹ 150 ਹੋਏਗਾ। ਠੀਕ ਹੈ ਜੀ। ਸੋ ਇਹ 30 ਹੈ 150 ਹੈ 30 ਹੈ 150। ਸੋ ਇਸ ਤਰੀਕੇ ਨਾਲ ਪ੍ਰੋਸੈਸ ਜਿਹੜਾ ਚੱਲਦਾ ਰਹੇਗਾ। ਸੋ ਇਹ ਹਾਈਐਸਟ ਐਂਗਲ ਫਿਰ ਕਿਹੜਾ ਬਣੇਗਾ ਸਾਡੇ ਕੋਲ 150 ਦਾ। ਸੋ ਹਾਈਐਸਟ ਐਂਗਲ ਇਜ਼ 150 ਡਿਗਰੀ। ਤੁਸੀਂ ਇਸ ਚੀਜ਼ ਨੂੰ ਛੱਡ ਹੀ ਦਿਓ ਕਿ ਇਹਨਾਂ ਦਾ ਜੋੜ 180 ਹੋਣਾ ਹੈ ਜਾਂ ਨਹੀਂ, ਇਹਨਾਂ ਦਾ ਜੋੜ 150 ਹੋਣਾ ਯਾਨੀ ਕਿ ਇੱਕ 30 ਹੈ ਤਾਂ ਸੈਕਿੰਡ 150 ਹੋਏਗਾ। ਸੋ ਸਿੰਪਲ ਚੀਜ਼ ਜਿਹੜੀ ਹੈ ਇੱਥੇ ਅਸੀਂ ਸਮਝ ਸਕਦੇ ਹਾਂ। ਆਪਸ਼ਨਸ ਵੀ ਹੋਣਗੇ ਇੱਥੇ
60 है, 150 है, 180 है, 360 है। सो ऑप्शन इज 150 ਜਿਹੜਾ ਸਾਡਾ ਆਨਸਰ ਹੋ ਜਾਏਗਾ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਜਿਹੜਾ ਇਹ ਸਮਝ ਲੱਗ ਰਿਹਾ ਹੋਵੇਗਾ ਸਾਰੇ ਦਾ ਸਾਰਾ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੁਐਸਚਨ ਦੇਖੋ ਤੁਸੀਂ। ਨੈਕਸਟ ਕੁਐਸਚਨ ਇੱਥੇ ਦੱਸਿਆ ਜਾ ਰਿਹਾ ਸਾਨੂੰ ਕਿ ਰਿਫਲੈਕਸ਼ਨ ਪੁੱਛੀ ਜਾ ਰਹੀ ਹੈ, ਸਾਨੂੰ ਰਿਫਲੈਕਸ਼ਨ ਪੁੱਛੀ ਜਾ ਰਹੀ ਹੈ। ਰਿਫਲੈਕਸ਼ਨ ਕੀ ਹੁੰਦਾ ਜੀ? ਪਰਛਾਵਾਂ। ਮੈਂ ਇੱਥੇ ਪੰਜਾਬੀ 'ਚ ਲਿਖ ਦਿੰਦਾ ਪਰਛਾਵਾਂ। ਰਿਫਲੈਕਸ਼ਨ ਆਫ ਓਰੀਜਨ ਪੁਆਇੰਟ ਥਰੂ y = 3। ਦੇਖੋ ਜੀ ਇਹ ਰਿਹਾ ਆਪਣਾ ਗ੍ਰਾਫ। ਠੀਕ ਹੈ ਜੀ, ਇਹ 0 ਹੈ, ਇਹ x एक्सिस है, ये y एक्सिस है। वो कह रहे हैं y = 3, आ रहा है जी y = 3। ठीक है जी, ये रहा y = 3। सो उसने क्या है, y = 3 वाली जी लाइन है, अब y = 3 वाली लाइन है मेरी। ठीक है जी, y = 3 वाली लाइन है तो वो कह रहा है रिफ्लैक्शन ऑफ ओरिजिन पॉइंट थ्रू y = 3। ਇਹਨੂੰ ਤੁਸੀਂ ਇਹਦੇ ਵਿੱਚੋਂ ਦੇਖਣਾ ਐਜ਼ ਅ ਸ਼ੀਸ਼ੇ ਦੀ ਤਰ੍ਹਾਂ। तो ये शीशा है ਤੁਹਾਡਾ, ਇਸ ਨੂੰ ਤੁਸੀਂ ਦੇਖਣਾ ਹੈ। तो ਇਹ 3 ਇੱਥੇ ਸੀ, ਯਾਨੀ ਕਿ ਇਹ 3 ਹੋਰ ਉੱਤੇ ਚਲਾ ਜਾਏਗਾ, ਯਾਨੀ ਕਿ 6 ਤੇ ਪਹੁੰਚ ਜਾਏਗਾ। ਸ਼ੀਸ਼ੇ ਦੇ ਵਿੱਚੋਂ ਦੇਖਣਾ ਤਾਂ ਸ਼ੀਸ਼ਾ ਬਿਲਕੁਲ ਇਕੁਅਲ ਡਿਸਟੈਂਸ ਤੇ ਦੱਸਦਾ। ਇਹਨੂੰ ਅਗਰ ਤੁਸੀਂ ਸ਼ੀਸ਼ੇ 'ਚ ਦੇਖਣਾ ਤਾਂ ਉਹ ਇੱਥੇ ਦਿਖਾਏਗਾ। ਕਲੀਅਰ ਹੈ ਜੀ, ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਹੋਏਗੀ। ਸੋ ਇਹ ਚੀਜ਼ ਹੋਗੀ ਤੁਹਾਡੀ। ਇਹ ਆ ਗਿਆ ਜੀ 6। ਹੁਣ ਉਹ ਕਹਿੰਦੇ ਨੇ ਫੋਲੋਡ ਬਾਈ ਰਿਫਲੈਕਸ਼ਨ ਇਨ ਓਰੀਜਨ। ਹੁਣ ਤੁਸੀਂ ਇਸ ਦੀ ਇਮੇਜ ਰਿਫਲੈਕਸ਼ਨ ਦੇ ਵਿੱਚ ਦੇਖੋ। ਠੀਕ ਹੈ ਜੀ, ਇਹਦੀ ਇਮੇਜ ਹੁਣ ਰਿਫਲੈਕਸ਼ਨ ਦੇ ਵਿੱਚ ਦੇਖੋ। ਸੋ ਹੁਣ ਉਹ ਕੀ ਬਣ ਜਾਏਗੀ? ਉਹ ਬਣ ਜਾਏਗੀ 0,-6। ਇਹ ਹੁੰਦੀ ਹੈ ਜੀ 0,6। ਸੋ ਇਹ ਹੋ ਗਈ 0,-6। ਸੋ ਰਿਫਲੈਕਸ਼ਨ ਹੀ ਦੇਖਣੀ ਸੀ ਇਕੱਲੀ। ਪਹਿਲਾਂ ਇਹਨਾਂ ਨੇ ਇਹਦੀ ਰਿਫਲੈਕਸ਼ਨ ਦੇਖਣ ਨੂੰ ਕੋਈ ਉਧਰ ਚਲੀ ਗਈ, ਔਰ ਬਾਅਦ 'ਚ ਇਹਦੀ ਰਿਫਲੈਕਸ਼ਨ ਇੱਧਰੋਂ ਦੇਖਣ ਨੂੰ ਕੋਈ ਤੋਂ ਦੂਸਰੇ ਪਾਸੇ ਚਲੀ ਗਈ। ਸੋ ਇਸ ਤਰੀਕੇ ਨਾਲ ਇਹ ਸਾਰੇ ਦਾ ਸਾਰਾ ਕੰਮ ਹੈ। ਤੁਸੀਂ ਕੁਐਸਚਨ ਦੇਖ ਸਕਦੇ ਹੋ ਆਪਣਾ। ਠੀਕ ਹੈ ਜੀ, ਬੜੇ ਈਜ਼ੀ ਕੁਐਸਚਨਸ ਨੇ ਤੁਹਾਡੇ ਸਾਹਮਣੇ, ਤੁਹਾਡੀ ਸਕਰੀਨ ਤੇ ਨੇ। ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਤੁਸੀਂ ਜ਼ਰੂਰ ਸਾਂਝਾ ਕਰੋ, ਜ਼ਰੂਰ ਸ਼ੇਅਰ ਕਰੋ, ਕਮੈਂਟ ਕਰੋ ਕਿ ਸਾਨੂੰ ਇਹ ਸਮਝ ਨਹੀਂ ਲੱਗ ਰਿਹਾ। ਨੈਕਸਟ ਕੁਐਸਚਨ ਹੈ ਜੀ ਏਰੀਆ ਆਫ ਸੈਮੀ ਸਰਕੂਲਰ ਰੀਜਨ। ਦੇਖੋ ਏਰੀਆ ਪੈਰਾਮੀਟਰ ਤੁਹਾਡੇ ਸਿਲੇਬਸ ਦਾ ਹਿੱਸਾ ਹੈ। ਏਰੀਆ ਪੈਰਾਮੀਟਰ ਤੇ ਕਿਊਬਿਕ ਵਾਲਾ, ਕਿਊਬਿਕ ਹੋ ਗਿਆ ਉਹ ਸਾਰੀਆਂ, ਬਟ ਆਪਣਾ ਜੋ ਕੁਐਸਚਨ ਹੈ ਉਹ ਏਰੀਆ ਪੈਰਾਮੀਟਰ ਦਾ ਹੈ ਇਹ ਵਾਲਾ। ਔਰ ਸਪੈਸੀਫਿਕ ਕੁਐਸਚਨ ਅਗਰ ਮੈਂ ਗੱਲ ਕਰਾਂ ਤਾਂ ਇਹ ਸਰਕਲ ਦਾ ਹੈ, और उसके विचों अगर मैं गल करा तो एक क्वेश्चन जो है वो सैमी सर्कल का है। ठीक है जी, सो उन्होंने कहा एरिया ऑफ सैमी सर्कुलर रीजन। सैमी सर्कुलर माने चक्कर नहीं, एक ही हो गया अर्ध चक्कर, ये हो गया जी अर्ध चक्कर। ठीक है जी, तो एरिया ऑफ सैमी सर्कुलर रीजन की आ रहा साडा अर्ध चक्कर। ये साडा अर्ध चक्कर हो गया, पूरा चक्कर नहीं है, अर्ध चक्कर है। ठीक है जी, so the area of semi circular region is 308 सेंटीमीटर, 308 सेंटीमीटर स्क्वायर है। सो देखो पूरे दे पूरे चक्कर का स्क्वायर खेत्रफल हुंदा जी πr स्क्वायर, ते ये हैगा अद्धा, यानी कि उन्हें गल की πr स्क्वायर बटा 2 दी। ये जो भी दिता होया है ये πr स्क्वायर बटा 2 है। ध्यान नाल समझो इस चीज नूं। उसने की दिता है तुहानूं πr स्क्वायर बटा 2 बराबर 308। पाई नूं यूज असीं करिए पाई बटा 7 गुणा आर स्क्वायर बटा 2 बराबर 308। सो आर स्क्वायर बराबर 308 गुणा 7 गुणा 2 बटा 22। ठीक है जी, सो ये आ जाएगा कट कटा के सारा 196 कट लेना जी, तुसीं सारा कुछ कर सकते हो। और आर आ जाएगा तुहाडा 14। ठीक है जी, 196 के ऊपर अंडर रूट लगाओगे सो 14 हो जाएगा, यानी कि आर उसका जो आया वो आया 14, यानी कि अर्धव्यास। सो आ हुंदा जी अर्धव्यास साडा, ये हो गया आर बराबर 14। ये भी अर्धव्यास है, सो ये हो गया 14। तो ये 14 और 14 टोटल आ जिहड़ा चीज सी ये आ गई 28, जिन्हों असीं डायमीटर भी कह दिंदे ते व्यास भी कह दिंदे पंजाबी च। ठीक है जी, सो अर्धव्यास आया 24, 14 ते व्यास आ गया 28। ठीक है जी, हुण पैरीमीटर की हुंदा है, उसने क्वेश्चन च पूछा पैरीमीटर। मान लो ये कोई चीज़ है, कोई भी खेत है, पैरीमीटर कहंदा तुसीं इत्थों चले एवें गए एवें गए एवें गए एवें आए। सो जिन्ना भी तुसीं चले ये सारा पैरीमीटर हुंदा है, जिन्ना भी तुसीं चले ये सारे का सारा पैरीमीटर हुंदा है। ठीक है जी, हुण उन्होंने सानूं पैरीमीटर पूछा सी भी पैरीमीटर दसो मैनूं पैरीमीटर की होएगा। सो देखो ये सी अपना अर्ध चक्कर, पैरीमीटर की होएगा इत्थों चलेगा आ सारा और आवला। देखो अगर ये चक्कर होवे ना, सो ये चक्कर का पैरीमीटर हुंदा है जी 2πr। ठीक है जी, उसका है अर्ध चक्कर, यानी कि ये रह गया अद्धा, यानी कि ये हो गया πr। पर हुण पैरीमीटर च ये भी जुड़ गया
ਸੋ ਇਹ ਆਰ ਤੇ ਇਹ ਆਰ ਪਲੱਸ ਆਰ ਹੋ ਗਿਆ 2r, ਯਾਨੀ ਕਿ ਪਾਈ ਆਰ ਦੇ ਵਿੱਚ 2r ਹੋਰ ਜੁੜਨਗੇ, ਸੋ ਉਹ ਤੁਹਾਡਾ ਪੈਰੀਮੀਟਰ ਆ ਜਾਏਗਾ। ਸੋ ਆਜੋ ਇੱਥੇ ਅਸੀਂ ਦੇਖਦੇ ਹਾਂ ਪਾਈ ਆਰ ਦੇ ਵਿੱਚ 2r ਜੋੜਨਾ ਹੈ, ਤੇ ਇੱਥੇ ਜੋ ਸਾਡਾ r ਹੈ ਉਹ ਹੈ 14, ਤੇ ਇੱਥੇ ਕੀ ਹੋ ਜਾਏਗਾ 22/7 × 14 ਪਲੱਸ 2 × 14 ਇਹ ਹੋ ਗਿਆ ਜੀ 2, 22 × 44 ਪਲੱਸ ਇਹ ਹੋ ਗਿਆ ਜੀ 28। ਸੋ ਟੋਟਲ ਜੋ ਸਾਡਾ ਆਂਸਰ ਹੈ ਉਹ ਹੋ ਗਿਆ 72। ਸੋ 72 ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਆਂਸਰ ਹੈ ਉਹ ਸਾਡਾ ਬੀ ਆਪਸ਼ਨ ਜਿਹੜਾ ਹੈ ਉਹ ਸਾਡਾ ਆਂਸਰ ਹੋ ਜਾਏਗਾ 72। ਠੀਕ ਹੈ ਜੀ। ਸੋ ਇਹ ਤੁਸੀਂ ਦੇਖ ਸਕਦੇ ਹੋ ਬੜੇ ਈਜ਼ੀ ਔਰ ਕਾਫੀ ਧਿਆਨ ਨਾਲ ਸਮਝਣ ਵਾਲੇ ਕੁਐਸਚਨਸ ਨੇ, ਤਾਂ ਕਿ ਤੁਹਾਨੂੰ ਕੱਲ ਨੂੰ ਇਹਦੀ ਜਿਹੜੀ ਹੈ ਉਹ ਪ੍ਰੋਬਲਮ ਨਾ ਆਵੇ। ਇਸ ਚੀਜ਼ ਨੂੰ ਤੁਸੀਂ ਬੜੇ ਧਿਆਨ ਨਾਲ ਸਮਝੋ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ ਕਿ ਸਮ ਆਫ ਦਾ ਇੰਟੀਰੀਅਰ ਐਂਗਲ, ਇੰਟੀਰੀਅਰ ਐਂਗਲ ਕਿੰਦੇ ਇੰਟੀਰੀਅਰ ਐਂਗਲ ਪੋਲੀਗਨ। ਪੋਲੀਗਨ ਹੁੰਦਾ ਹੈ ਜੀ ਬਹੁਭੁਜ। ਬਹੁਭੁਜ ਕੀ ਹੈ? ਬਹੁਭੁਜ ਹੈ ਯਾਨੀ ਕਿ ਕੋਈ ਵੀ ਐਜੀ ਫਿਗਰ ਜਿਸ ਦੀਆਂ ਕਿੰਨੀਆਂ ਵੀ ਭੁਜਾਵਾਂ ਹੋ ਸਕਦੀਆਂ, ਕਿੰਨੀਆਂ ਵੀ ਭੁਜਾਵਾਂ ਪਰ ਸਾਰੀਆਂ ਇਕੁਅਲ ਹੁੰਦੀਆਂ। ਯਾਨੀ ਕਿ ਜੇਕਰ ਮੈਂ ਬਹੁਭੁਜ ਦੇ ਵਿੱਚ ਗੱਲ ਕਰਾਂ ਵੀ 3 ਭੁਜਾਵਾਂ ਦੀ, ਸੋ 3 ਭੁਜਾਵਾਂ ਦੀ ਹੁੰਦੀ ਹੈ ਟ੍ਰਾਇੰਗਲ, ਤੇ ਟ੍ਰਾਇੰਗਲ ਹੁੰਦੀ ਹੈ 6 ਪ੍ਰਕਾਰ ਦੀ। ਤੇ ਇਹਦਾ ਮਤਲਬ ਇਸ ਬਹੁਭੁਜ ਦੇ ਵਿੱਚ ਜੇ ਮੈਂ 3 ਲਾਈਨਾਂ ਲੈ ਰਿਹਾ ਤਾਂ ਉਹ ਤ੍ਰਿਭੁਜ ਬਣੇਗੀ, ਪਰ ਕਿਹੜੀ? ਉਹ ਵਾਲੀ ਜਿਹਦੇ 'ਚ ਸਾਰੀਆਂ ਸਾਈਡਾਂ ਇਕੁਅਲ ਹੁੰਦੀਆਂ। ਸਿਰਫ ਇੱਥੇ ਉਹਨਾਂ ਦੀ ਗੱਲ ਹੁੰਦੀ ਹੈ ਬਹੁਭੁਜ ਦੇ ਵਿੱਚ। ਸੋ ਬਹੁਭੁਜ ਪੋਲੀਗਨ ਦੇ ਵਿੱਚ ਕੀ ਹੁੰਦੀ ਹੈ? ਬਹੁਭੁਜ ਮਾਣੇ ਕਿੰਨੀਆਂ ਵੀ ਭੁਜਾਵਾਂ ਲੈ ਸਕਦੇ ਹੋ, ਜਿੰਨੇ ਵੀ ਭੁਜਾਵਾਂ ਲਓਗੇ ਸਾਰੀਆਂ ਇਕੁਅਲ ਲੈਣੀਆਂ, ਉਹਦੇ ਤੋਂ ਜੋ ਫਿਗਰ ਬਣੇਗੀ ਉਹ ਅਸੀਂ ਉਸ ਨੂੰ ਬਹੁਭੁਜ ਕਹਿ ਦਿੰਦੇ ਹਾਂ। ਜਿਵੇਂ 3 ਭੁਜਾਵਾਂ ਯਾਨੀ ਕਿ ਬਹੁਭੁਜ ਹੈ, ਬਹੁਤ ਸਾਰੀਆਂ ਭੁਜਾਵਾਂ ਲੈਣੀਆਂ। ਅਗਰ ਮੈਂ 3 ਭੁਜਾਵਾਂ ਲਾਂਗਾ ਸੋ 3 ਭੁਜਾਵਾਂ ਤੋਂ ਬਣੀ ਤ੍ਰਿਭੁਜ। ਕਿਹੜੀ ਤ੍ਰਿਭੁਜ? ਜਿੰਦੀਆਂ ਸਾਈਡਾਂ ਇਕੁਅਲ ਹੋਣਗੀਆਂ। ਅਗਰ ਮੈਂ 4 ਵਾਲੀਆਂ ਚੱਕਾਂਗਾ ਤਾਂ ਉਹ ਵਾਲੀ ਜਿੰਨੀਆਂ ਇਕੁਅਲ ਹੋਣਗੀਆਂ। ਸੋ ਇਸ ਕਰਕੇ ਬਹੁਭੁਜ ਦੇ ਵਿੱਚ ਗੱਲ ਹੁੰਦੀ ਹੈ ਟ੍ਰਾਇੰਗਲ ਦੇ ਵਿੱਚ ਇਕੁਇਲੇਟਰ ਟ੍ਰਾਇੰਗਲ ਦੀ, 4 ਵਾਲੀ ਦੇ ਵਿੱਚ ਹਮੇਸ਼ਾ ਹੀ ਗੱਲ ਸਕੁਅਰ ਦੀ ਹੁੰਦੀ ਹੈ ਯਾਨੀ ਕਿ ਵਰਗ ਦੀ, ਹਨਾ। ਸੋ 5 ਦੇ ਵਿੱਚ ਜੇ ਮੈਂ ਇੱਥੇ ਗੱਲ ਕਰਾਂ ਸੋ 5 ਆ ਬਣਦੀ ਹੈ, 6 ਦੇ ਲਈ ਇਹ ਬਣ ਜਾਂਦੀ ਹੈ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਜਿਹੜੀਆਂ ਫਿਗਰਸ ਇਸਦੀਆਂ ਬਣੀਆਂ ਹੋਈਆਂ ਨੇ। ਉਹ ਕਹਿ ਰਹੇ ਨੇ ਇੰਟੀਰੀਅਰ ਐਂਗਲ। ਇੰਟੀਰੀਅਰ ਹੁੰਦਾ ਹੈ ਅੰਦਰੂਨੀ, ਇੰਟੀਰੀਅਰ ਹੁੰਦਾ ਹੈ ਜੀ ਅੰਦਰੂਨੀ ਐਂਗਲ। ਦੱਸੋ ਵੀ ਅੰਦਰਲੇ ਕੋਣ ਕਿੰਨੇ ਹੋਣਗੇ। ਠੀਕ ਹੈ ਜੀ। ਸਮ ਆਫ ਇੰਟੀਰੀਅਰ ਐਂਗਲਸ ਪੁੱਛਿਆ ਸੀ ਉਸਨੇ, ਯਾਨੀ ਕਿ ਅੰਦਰੂਨੀ ਕੋਣਾਂ ਦਾ ਜੋੜ ਦੱਸੋ ਉਸਨੂੰ ਕਿ ਉਸਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੋਏਗਾ। ਦੇਖੋ ਟ੍ਰਾਇੰਗਲ ਦੇ ਅੰਦਰਲੇ ਸਾਰੇ ਕੋਣਾਂ ਦਾ ਜੋੜ ਹੁੰਦਾ 180 ਡਿਗਰੀ, ਤੇ ਚਤੁਰਭੁਜ ਦੇ ਹੁੰਦਾ 360 ਡਿਗਰੀ। ਸਾਨੂੰ ਇੰਨਾ ਹੀ ਪਤਾ ਹੈ, ਸਾਡੇ ਲਈ ਇੰਨਾ ਇਨਫ ਹੈ। ਉਸਦੇ ਆਪਸ਼ਨਸ ਤੇ ਜਾਓ। ਠੀਕ ਹੈ ਜੀ। ਉਸਦੇ ਆਪਸ਼ਨਸ ਤੇ ਜਾਓ। ਉਸਦੇ ਆਪਸ਼ਨ ਦੇ ਵਿੱਚ ਤੁਸੀਂ ਇਹਦੀਆਂ 3 ਭੁਜਾਵਾਂ ਸੀ ਨਾ, 3 ਭੁਜਾਵਾਂ ਵਾਲੇ ਦਾ ਅੰਦਰਲੇ ਕੋਣਾਂ ਦਾ ਜੋੜ 180 ਹੁੰਦਾ, ਸਾਨੂੰ ਪਤਾ ਹੈ। ਤੁਸੀਂ ਕਿਸੇ ਵੀ n ਦੇ ਵਿੱਚ 3 ਭਰੋ। ਜਿਵੇਂ ਇਸਦਾ ਪਹਿਲਾ ਆਪਸ਼ਨ ਹੈ ਸਾਡੇ ਕੋਲ, ਪਹਿਲੇ ਆਪਸ਼ਨ ਚੋਂ ਕਹਿੰਦਾ n - 4 × 90। ਤੁਸੀਂ ਇੱਥੇ 3 ਭਰਿਆ ਤਾਂ ਹੋ ਗਿਆ -1 × 90, ਤੇ ਐਂਗਲ ਕਦੇ ਵੀ ਮਾਈਨਸ ਨਹੀਂ ਹੁੰਦੇ, ਯਾਨੀ ਕਿ ਪਹਿਲਾ ਆਪਸ਼ਨ ਗਲਤ। ਠੀਕ ਹੈ ਜੀ। ਤੁਸੀਂ ਦੂਸਰੇ ਆਪਸ਼ਨ ਤੇ ਜਾਓ। ਦੂਸਰੇ ਆਪਸ਼ਨ 'ਚ ਹੈ 2n - 4 ਨਾਲ ਆ ਗਿਆ 180 ਡਿਗਰੀ। ਸੋ ਇੱਥੇ ਤੁਸੀਂ n ਨੂੰ 3 ਭਰੋ, 2 × 6 -4 ਤੇ ਇਹ ਆ ਗਿਆ 180। ਸੋ ਇਹ ਹੋ ਗਿਆ 2 × 180, ਇਹ ਆ ਗਿਆ ਜੀ 360। ਪਰ ਜਦੋਂ 3 ਭੁਜਾਵਾਂ ਨੇ ਤਾਂ ਆਂਸਰ ਆਉਣਾ ਚਾਹੀਦਾ ਸੀ 180। ਯਾਨੀ ਕਿ ਉਸਦੀ ਤੀਸਰੇ ਆਪਸ਼ਨ ਤੇ ਜਾਓ, 2n - 4 ਨਾਲ ਆ ਗਿਆ 90 ਡਿਗਰੀ। ਸੋ ਇਹ ਤਾਂ ਉਵੇਂ 2 ਆਇਆ ਤੇ ਨਾਲ ਆ ਗਿਆ 90, ਯਾਨੀ ਕਿ ਇਹਦੇ ਤੋਂ ਆ ਰਿਹਾ ਆਂਸਰ 180। ਯਾਨੀ ਕਿ ਸੀ ਆਪਸ਼ਨ ਜਿਹੜੀ ਹੈ ਉਹ ਸਾਡਾ ਆਂਸਰ ਹੋ ਜੂਗੀ। ਸੋ ਉਮੀਦ ਹੈ ਇਹ ਤੁਸੀਂ ਇਸ ਤਰੀਕੇ ਨਾਲ ਹੀ ਕਰਨੇ ਹੁੰਦੇ ਨੇ। ਤੁਸੀਂ ਇਹਦੇ ਵਿੱਚ 2n - 4 × 90, 2n - 4 × 90 ਦੇ ਵਿੱਚ ਤੁਸੀਂ n = 4 ਵੀ ਭਰ ਕੇ ਦੇਖ ਸਕਦੇ ਹੋ। 2 × 4 8 - 4 × 90 ਡਿਗਰੀ। ਸੋ 8 × 4 ਗਏ 4 × 90, तो ये आ गया जी 360 डिग्री। यानी कि जो 4 भुजावां वाला है सो आंसर 360 आ रहा है, यानी कि सी ऑप्शन ही जो साडा आंसर है। ठीक है जी। सो उसने जोड़ पूछा सी, जोड़ का ये फार्मूला है, तो ये तुसी ऊं भी याद रख सकते हो। कल नूं किते सीधा पूछ लेना भी जी 8 भुजावां वाले दा अंदरूनी कोण वाला जोड़ दसो, सो फिर उत्थे तुसी ये फार्मूला ही याद कर लेना है 2n - 4 × 90 डिग्री। ठीक है जी। सो ये चीज़ां तुसी कर सकते हो बड़े ईजिली ने, अंदरूनी कोणां दा जोड़। इत्थे मैं एक चीज़ होर दसदा, अगर वो कल नूं पुछ लेना जी सम ऑफ एक्सटीरियर एंगल, एक्सटीरियर माने बाहरले, एक्सटीरियर माने बाहरले,
ਕਿ ਸਮ ਆਫ ਐਕਸਟੀਰੀਅਰ ਐਂਗਲ ਦੱਸੋ ਕਿੰਨਾ ਦੇ ਪੋਲੀਗਨ ਦੇ। ਸੋ ਦੇਖੋ ਜਦੋਂ ਇੰਟੀਰੀਅਰ ਐਂਗਲ ਪੁੱਛਦਾ ਹੈ ਪੋਲੀਗਨ ਦੇ, ਸੋ ਕੀ ਹੁੰਦਾ ਹੈ, ਸਾਨੂੰ ਹਰ ਵਾਰੀ ਇਹ ਭਰ ਕੇ ਦੇਖਣਾ ਪਏਗਾ 2n - 4 × 90 ਡਿਗਰੀ। ਪਰ ਜਦੋਂ ਐਕਸਟੀਰੀਅਰ ਪੁੱਛੇਗਾ ਤਾਂ ਆਂਸਰ ਜਸਟ ਸਿੱਧਾ 360 ਹੁੰਦਾ ਹੈ, ਚਾਹੇ 8 ਭੁਜ ਹੈ, 9 ਭੁਜ ਹੈ, 2 ਭੁਜ ਹੈ, 3 ਭੁਜ ਹੈ, 4 ਭੁਜ, ਜੋ ਮਰਜ਼ੀ ਹੋਵੇ ਆਂਸਰ ਹਮੇਸ਼ਾ 360 ਰਹੇਗਾ। ਠੀਕ ਹੈ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਉਹ ਤਾਂ ਚਲੋ ਫਾਰਮੂਲੇ ਬੇਸ ਤੇ ਹੈ, ਉਹ ਜਿਹੜਾ ਵੀ n ਤੁਹਾਨੂੰ ਦੇਗਾ ਤੁਸੀਂ ਇਹਦੇ ਵਿੱਚ ਭਰ ਲੈਣਾ। 4 ਕਹੇਗਾ ਤਾਂ 4 ਭਰ ਲਓ, 5 ਕਹੇਗਾ 5 ਭਰ ਲਓ, ਬਟ ਐਕਸਟੀਰੀਅਰ ਐਂਗਲ ਦਾ ਸਮ ਹਮੇਸ਼ਾ ਹੀ 360 ਡਿਗਰੀ ਰਹਿੰਦਾ ਹੈ। ਇਸ ਨੂੰ ਤੁਸੀਂ ਜ਼ਰੂਰ ਸਮਝਣਾ ਹੈ, ਇਸ ਤੇ ਥੋੜਾ ਜ਼ੋਰ ਲਾਉਣਾ ਹੈ। ਨੋਟ ਕਰ ਲਿਆ ਕਰੋ ਕਾਪੀਜ਼ ਦੇ ਉੱਪਰ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮਤਲਬ ਇਹ ਤੁਹਾਨੂੰ ਕੁਐਸਚਨਸ ਤਾਂ ਜ਼ਰੂਰ ਹੈਗੇ ਨੇ, ਬਟ ਫਿਰ ਵੀ ਇਹ ਚੀਜ਼ਾਂ ਤੁਹਾਡੇ ਕੰਮ ਆ ਸਕਦੀਆਂ ਨੇ। ਸਮਝ ਆ ਰਿਹਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਠੀਕ ਹੈ ਜੀ। ਨੈਕਸਟ ਆਪਾਂ ਦੇਖਦੇ ਹਾਂ, ਨੈਕਸਟ ਕੁਐਸਚਨ ਤੇ ਆ ਜਾਓ। ਨੈਕਸਟ ਕੁਐਸਚਨ ਹੈ ਕਿ ਅ ਵੈਂਡਰ ਸਪਲਾਈਜ਼ 32 ਲੀਟਰ ਆਫ ਮਿਲਕ ਟੂ ਅ ਹੋਟਲ ਇਨ ਦਾ ਮਾਰਨਿੰਗ। ਕਿ ਇੱਕ ਵੇਚਣ ਵਾਲਾ, ਦੁੱਧ ਵੇਚਣ ਵਾਲਾ ਸਪਲਾਈ ਕਰਦਾ ਕਿੰਨੇ ਲੀਟਰ ਦੁੱਧ? 32 ਲੀਟਰ ਦੁੱਧ ਇੱਕ ਹੋਟਲ ਦੇ ਵਿੱਚ ਇਨ ਮਾਰਨਿੰਗ ਦੇ ਵਿੱਚ 32 ਲੀਟਰ ਦੁੱਧ ਦੇ ਕੇ ਆਉਂਦਾ। ਠੀਕ ਹੈ ਜੀ। ਐਂਡ 68 ਲੀਟਰ ਆਫ ਮਿਲਕ ਇਨ ਦਾ ਈਵਨਿੰਗ, 68 ਲੀਟਰ ਜਿਹੜਾ ਹੈ ਉਹ ਦੇ ਕੇ ਆਉਂਦਾ ਹੈ ਈਵਨਿੰਗ ਦੇ ਵਿੱਚ। ਠੀਕ ਹੈ ਜੀ। ਯਾਨੀ ਕਿ ਟੋਟਲ ਕਿੰਨਾ ਹੋ ਗਿਆ ਜੀ? ਇਹ ਹੋ ਗਿਆ 100। ਟੋਟਲ ਕਿੰਨਾ ਹੋ ਗਿਆ? 100 ਹੋ ਗਿਆ ਜੀ। ਸੋ ਕਹਿੰਦਾ ਇਫ ਦਾ ਮਿਲਕ ਕੋਸਟ ₹30 ਪਰ ਲੀਟਰ, ਅਗਰ ਮਿਲਕ ਦੀ ਕੀਮਤ ₹30 ਰੁਪੀਜ਼ ਪਰ ਲੀਟਰ। ਠੀਕ ਹੈ ਜੀ। ਸੋ ਕਹਿੰਦੇ ਹਾਊ ਮਚ ਮਨੀ ਇਜ਼ ਡਿਊ ਟੂ ਵੈਂਡਰ ਪਰ ਡੇ, ਕਿ ਉਹਨੂੰ ਕਿੰਨੇ ਰੁਪਏ ਦੇਣੇ ਪੈਣਗੇ। ਠੀਕ ਹੈ ਜੀ। ਸੋ ਪਰ ਡੇ ਪੁੱਛਿਆ ਸੀ ਉਸਨੇ, ਔਰ ਇਹ ਵੀ ਉਹ ਪਰ ਡੇ ਹੀ ਕਹਿ ਰਿਹਾ ਹੈ ਕਿ 32 ਲੀਟਰ ਤੇ 68 ਲੀਟਰ ਦੇ ਕੇ ਆਉਂਦਾ ਪਰ ਡੇ। ਸੋ ਇਹ ਹੋ ਗਿਆ ਜੀ 3000 ਰੁਪੀਜ਼ ਪਰ ਡੇ ਉਹਦੇ ਬਣ ਗਏ। ਅਗਰ ਉਹ ਮੰਥਲੀ ਪੁੱਛ ਲੈਂਦੇ ਤਾਂ ਮਤਲਬ 30 ਦਿਨਾਂ ਦਾ, ਸੋ ਆਪਾਂ ਫਿਰ ਇਹਦੀ ਗੁਣਾ 30 ਨਾਲ ਕਰ ਲੈਣੀ ਸੀ। ਉਹ ਇੱਕ ਅਲੱਗ ਕੁਐਸਚਨ ਸੀ, ਅਗਰ ਉਹ ਪੁੱਛਦਾ ਤਾਂ। ਸੋ ਇੱਥੇ ਸਾਡਾ ਆਨਸਰ ਜਿਹੜਾ 300 ਹੋ ਜਾਏਗਾ ਇੱਕ ਦਿਨ ਦੇ ਵਿੱਚ ਉਹ। ਠੀਕ ਹੈ ਜੀ। ਕਾਫੀ ਈਜ਼ੀ ਕੁਐਸਚਨ ਹੈ ਔਰ ਕਾਫੀ ਸਮਝ ਕੇ ਕਰਨ ਵਾਲੇ ਕੁਐਸਚਨਸ ਨੇ। ਨੈਕਸਟ ਕੁਐਸਚਨ ਜਿਹੜਾ ਕਾਫੀ ਈਜ਼ੀ ਹੈ ਸਾਡੇ ਲਈ। ਨੈਕਸਟ ਕੁਐਸਚਨ ਪੀਟੈਟ ਦਾ ਹੀ ਹੈ ਕਿ the difference between compound interest and simple interest on a sum of money for 2 years is given by। ਦੇਖੋ ਤੁਹਾਡੇ ਕੋਲ ਕੋਈ ਰਕਮ ਹੈ ਪ੍ਰਿੰਸੀਪਲ, ਹੈ ਨਾ, ਕੋਈ ਰਕਮ ਸੀ ਤੁਹਾਡੇ ਕੋਲ, ਤੁਸੀਂ ਕਿਸੇ ਨੂੰ ਮੰਨ ਲਓ ਕੋਈ ਰਕਮ ਦੇਤੀ ਕਿਰਾਏ ਤੇ ਕੀ ਸੌਰੀ ਇੰਟਰਸਟ ਤੇ, ਵਿਆਜ ਤੇ ਤੁਸੀਂ ਕਿਸੇ ਨੂੰ ਪੈਸੇ ਦੇ ਦਿੱਤੇ, ਮੰਨ ਲਓ X ਤੁਸੀਂ ਕੋਈ ਰਕਮ ਦੇਤੀ, ਉਹਦੇ ਤੇ ਰੇਟ ਆਫ ਇੰਟਰਸਟ ਲੱਗਿਆ R, ਵਿਆਜ ਲੱਗਿਆ ਰੇਟ ਆਫ ਇੰਟਰਸਟ, ਹੈ ਨਾ। ਰੇਟ ਆਫ ਇੰਟਰਸਟ ਵੀ ਕੁਝ ਵੀ ਲੱਗਿਆ ਹੋਵੇ, ਰੇਟ ਆਫ ਇੰਟਰਸਟ ਵੀ ਕੁਝ ਵੀ, ਮੰਨ ਲਓ Y% ਤੁਸੀਂ ਰੇਟ ਆਫ ਇੰਟਰਸਟ ਲਗਾਤਾ, ਕੁਝ ਵੀ ਹੋਵੇ। ਮੈਂ ਜਰਨਲ ਫਾਰਮੂਲਾ ਦੇ ਰਿਹਾ, ਇਹ ਮੈਂ ਇਸ ਕਰਕੇ ਕੁਐਸਚਨ ਚੂਜ਼ ਕੀਤਾ, ਇਹ ਜਰਨਲ ਫਾਰਮੂਲਾ ਹੈ। ਕੱਲ ਨੂੰ ਇਹਦੇ ਤੇ ਹੋਰ ਵੀ ਕੁਐਸਚਨਸ ਬੜੇ, ਕੋਈ ਵੀ ਰਕਮ ਦੇ ਕੇ ਬਣਵਾ ਸਕਦੇ ਹੋ ਤੁਸੀਂ, ਡਾਇਰੈਕਟ ਫਾਰਮੂਲਾ ਯੂਜ਼ ਕਰ ਸਕਦੇ ਹੋ। ਸੋ ਯਾਨੀ ਕਿ ਕੋਈ ਵੀ ਰਕਮ ਹੈ, ਕੋਈ ਵੀ ਰੇਟ ਆਫ ਇੰਟਰਸਟ ਹੈ ਤੇ 2 ਸਾਲ ਲਈ ਦੇਣਾ ਹੈ, ਮਤਲਬ 2 ਸਾਲ ਲਈ ਪੈਸਾ ਦੇਣਾ ਹੈ। ਤੁਸੀਂ ਰਕਮ ਯਾਦ ਕਰ ਲਓ, ਕੋਈ ਵੀ ਪੈਸਾ, ਕਿੰਨਾ ਵੀ ਪੈਸਾ ਦਿੱਤਾ ਹੋਵੇ, ਕੋਈ ਵੀ ਰੇਟ ਆਫ ਇੰਟਰਸਟ ਲਾਇਆ ਹੋਵੇ, ਪਰ ਪੈਸੇ 2 ਸਾਲ ਲਈ ਦਿੱਤੇ ਹੋਣ, ਇਹ ਯਾਦ ਰੱਖਣਾ ਹੈ। ਤਾਂ ਤੁਸੀਂ ਉਹਦਾ 2 ਤਰ੍ਹਾਂ ਦੇ ਇੰਟਰਸਟ ਹੁੰਦੇ ਨੇ ਜੀ, ਕੰਪਾਊਂਡ ਇੰਟਰਸਟ ਤੇ ਸਿੰਪਲ ਇੰਟਰਸਟ, ਹੈ ਨਾ। 2 ਤਰ੍ਹਾਂ ਦੇ ਇੰਟਰਸਟ ਹੁੰਦੇ ਨੇ। ਕੰਪਾਊਂਡ ਇੰਟਰਸਟ ਕਿਹੜਾ ਹੁੰਦਾ? ਜਿਵੇਂ ਮੰਨ ਲਓ ਤੁਸੀਂ 100 ਰੁਪਇਆ ਵਿਆਜ ਤੇ ਲਿੱਤਾ ਤੇ ਤੁਹਾਨੂੰ 10 ਰੁਪਏ ਵਿਆਜ ਲੱਗ ਰਿਹਾ ਸੀ ਉਹਦਾ, ਯਾਨੀ ਕਿ 110 ਰੁਪਏ ਲੱਗਿਆ। ਤੁਸੀਂ 2 ਸਾਲ ਲਈ ਦਿੱਤਾ ਸੀ, ਤਾਂ ਹੁਣ ਅਗਲੀ ਵਾਰੀ 110 ਦਾ 10% ਸੀਗਾ, ਯਾਨੀ ਕਿ 110 ਦੇ ਵਿੱਚ ਹੁਣ 11 ਰੁਪਏ ਜੋੜ ਕੇ 121 ਰੁਪਏ ਤੁਹਾਨੂੰ 2 ਸਾਲ ਬਾਅਦ ਦੇਣੇ ਪੈਣਗੇ। ਯਾਨੀ ਕਿ ਉਸ ਵਿਆਜ ਦੇ ਉੱਪਰ, ਮਤਲਬ ਪਹਿਲਾਂ ਰਕਮ 'ਚ ਵਿਆਜ ਜੋੜ ਕੇ 1 ਸਾਲ ਦਾ, ਅਗਲੇ ਸਾਲ ਉਸ ਵਿਆਜ ਸਣੇ ਸਾਰੀ ਰਕਮ ਤੇ ਵਿਆਜ ਲੱਗਣਾ ਉਨੇ % ਹੀ। ਸੋ ਕੰਪਾਊਂਡ ਇੰਟਰਸਟ ਆ ਹੁੰਦਾ। ਸਿੰਪਲ ਇੰਟਰਸਟ ਹੁੰਦਾ ਜੀ ਕਿ ਤੁਸੀਂ 100 ਰੁਪਏ ਲਿੱਤਾ ਸੀ 2 ਸਾਲ ਲਈ 10% ਤੇ, ਤੋਂ ਪਹਿਲੇ ਸਾਲ 110 ਬਣੇ, ਦੂਸਰੇ ਸਾਲ 120 ਬਣਨਗੇ, ਯਾਨੀ ਕਿ 100 ਵਾਲੇ ਦਾ ਹੀ 10% ਇਹਦੇ ਵਿੱਚ ਐਡ ਹੋਣਾ ਸੀ। ਸੋ ਇਹ ਡਿਫਰੈਂਸ ਹੁੰਦਾ ਹੈ, ਯਾਨੀ ਕਿ ਇੱਥੇ 1 ਰੁਪਇਆ ਵੱਧ ਲੱਗਦਾ ਹੈ ਔਰ ਇਹ 100 ਰੁਪਇਆ ਸੀ। ਅਗਰ ਇਹੀ ਲੱਖਾਂ ਕਰੋੜਾਂ ਦੇ ਵਿੱਚ ਹੋਵੇ, ਤੁਸੀਂ ਸੋਚ ਸਕਦੇ ਹੋ ਕਿ ਕੰਪਾਊਂਡ ਇੰਟਰਸਟ ਕਿੰਨੀ ਗੰਦੀ ਚੀਜ਼ ਹੈ। ਸੋ ਕੰਪਾਊਂਡ ਔਰ ਸਿੰਪਲ ਇੰਟਰਸਟ 2 ਤਰੀਕੇ ਹੁੰਦੇ ਨੇ ਜੀ ਕੱਢਣ ਦੇ। ਮੈਂ ਇੱਥੇ ਇਹਦੇ ਫਾਰਮੂਲੇ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਆਪਣਾ ਕੁਐਸਚਨ ਉਹ ਨਹੀਂ ਹੈ। ਸਿੰਪਲ ਹੈ ਕਿ ਕੋਈ ਵੀ ਤੁਹਾਡਾ ਮੁੱਲ ਹੋਵੇ, ਕਿੰਨਾ ਵੀ ਪੈਸਾ ਤੁਸੀਂ ਦਿੱਤਾ ਹੋਵੇ, ਕਿਸੇ ਵੀ ਰੇਟ ਆਫ ਇੰਟਰਸਟ ਤੇ ਦਿੱਤਾ ਹੋਵੇ, ਪਰ 2 ਸਾਲ ਲਈ ਦਿੱਤਾ ਹੋਵੇ, ਤਾਂ ਤੁਸੀਂ ਉਸ ਦਾ ਕੰਪਾਊਂਡ ਇੰਟਰਸਟ ਔਰ ਸਿੰਪਲ ਇੰਟਰਸਟ ਅਗਰ ਕੱਢੋ, ਮੰਨ ਲਓ ਤੁਸੀਂ ਕੱਢ ਲਿਆ, ਇਹ ਆ ਗਿਆ ਜੀ, ਮੰਨ ਲਓ ਇਹ ਆ ਗਿਆ T ਤੇ ਇਹ ਆ ਗਿਆ S, ਹੈ ਨਾ, ਇਹ ਆ ਗਿਆ T ਤੇ ਇਹ ਆ ਗਿਆ S।
ਸੋ ਉਹਦਾ ਕੁਐਸਚਨ ਇਹ ਹੈ ਕਿ T ਚੋਂ S ਅਗਰ ਘਟਾਓਗੇ ਤਾਂ ਆਨਸਰ ਕੀ ਆਊਗਾ, ਹਨਾ। ਹੁਣ ਮੈਂ ਕੁਐਸਚਨ ਤੁਹਾਨੂੰ ਸਮਝਾ ਦੇਣਾ। ਮੰਨ ਲਓ ਤੁਸੀਂ ਕਿਸੇ ਨੂੰ 1 ਲੱਖ ਰੁਪਏ ਦਿੱਤਾ, 10% ਤੇ ਦਿੱਤਾ ਤੇ 2 ਸਾਲ ਲਈ ਦਿੱਤਾ, ਹਨਾ। ਤਾਂ ਉਹ ਪੁੱਛਦਾ ਜੀ ਇਹਦਾ ਕੰਪਾਊਂਡ ਇੰਟਰਸਟ ਕੱਢੋ, ਸਿੰਪਲ ਕੱਢੋ ਤੇ ਮੈਨੂੰ ਉਹਨਾਂ ਨੂੰ ਮਾਈਨਸ ਕਰਕੇ ਵੀ ਦੱਸੋ ਕੀ ਆਊਗਾ। ਇਸ ਤਰੀਕੇ ਨਾਲ ਮੰਨ ਲਓ ਕੋਈ ਕੁਐਸਚਨ ਆ ਜਾਏ। ਸੋ ਇੱਥੇ ਡਾਇਰੈਕਟ ਸਾਡੇ ਕੋਲ ਉਹਨੇ 4 ਆਪਸ਼ਨਸ 'ਚ ਫਾਰਮੂਲਾ ਹੀ ਪੁੱਛਿਆ ਹੋਇਆ ਹੈ। ਸੋ ਮੈਂ ਤੁਹਾਨੂੰ ਦੱਸਦਾ ਇਹਦਾ ਫਾਰਮੂਲਾ ਕੀ ਹੁੰਦਾ ਹੈ, P × R² ਬਟਾ 10,000, ਠੀਕ ਹੈ ਜੀ। तो इतने तुसीं की करना होता, P यानी कि जो उनकी रकम सीगी 1 लाख और 10 का स्क्वेयर कर लो यानी कि 100 और नीचे कर लो 10,000। तो 2 0 नाल 2 0 आ गई, 2 0 नाल 2 0 यानी कि उनके कंपाउंड और सिंपल इंटरस्ट जो फर्क है वो 1000 रुपये का फर्क आएगा, है ना जी। तो ये तुसीं देख सकते हो अगर किसी बंदे ने लाख रुपया लिता होवे ते अगर उन्होंने कंपाउंड इंटरस्ट पै रहा है और सिंपल इंटरस्ट पै रहा है, अगर तुसीं पूछो कि उन्होंने सिंपल इंटरस्ट लावांगे तो उसनों 2 सालों च कितना रुपया बच सकता सी, 1000 रुपया, है ना। सो ये फार्मूला होंगे जी P × R² बटा 10,000। अगर कोई इस तरीके नाल क्वेश्चन आ जाए, सो मैं डायरैक्ट तुहानूं ट्रिक करवाई है ताकि इस ट्रिक के बेस से थोड़े बहुत सारे क्वेश्चन जिहड़े हो सकन। सो तुसीं उम्मीद है तुहानूं अज दे क्वेश्चन चंगे लगे होणगे, तुहानूं पढ़ के बड़ा चंगा लग्या होऊगा, है ना। एज ओबवियसली तुहानूं लगदा ही है। और अगर तुसीं चैनल ते नवे हो सो जरूर 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 चैनल को सबसक्राइब करो तो सबसक्राइब करवाओ, तो वीडियो को वध तो वध शेयर करो, लाइक जरूर करो। सो नैक्सट वीडियो जिहड़ियां आउणगियां वो आउणगियां SST नूं लैके, पंजाबी नूं लैके, और डे बाय डे असीं इनक्रीज़ कर रहे हैं, चीज़ां नूं वधा रहे हैं। यानी कि पंजाबी दे नोट्स हैंड रिटन भी जिहड़े ने स्प्रैड किए जा रहे हैं सोशल मीडिया ते, टैलीग्राम चैनल ते। सो तुसीं जरूर टैलीग्राम चैनल नूं भी सबसक्राइब करो, ਉਹਦਾ भी लिंक डिस्क्रिप्शन च है। प्रीवियस वीडियोज़ देखो, ਉਹਨਾਂ ਦੇ लिंक भी डिस्क्रिप्शन च ने। SST साइंस पंजाबी सारे लैक्चरस, साइंस के 2 लैक्चर अपलोड किए जा चुके हैं जी, 2 टॉपिक्स के उत्ते MCQs अपलोड किए जा चुके हैं। ਉਹਦੀ बट प्लेलिस्ट नहीं बनी हुई, बट देखांगे ਉਹਦਾ लिंक भी डिस्क्रिप्शन च दे देंगे। साइंस ਦੀਆਂ ਵੀਡੀਓਜ਼ ਦੇ, ਪੰਜਾਬੀ ਦੀ ਵੀਡੀਓ ਦੇ ਤੇ ਨੋਟਸ ਸਪਰੈਡ ਕੀਤੇ ਜਾ ਰਹੇ ਨੇ। ਜ਼ਰੂਰ ਤੁਸੀਂ ਡਾਇਲਜ ਲਰਨਿੰਗ ਪੁਆਇੰਟ ਸਾਡੇ ਟੈਲੀਗ੍ਰਾਮ ਚੈਨਲ ਤੇ ਜ਼ਰੂਰ ਜਾਓ, ਉੱਥੇ ਤੁਹਾਨੂੰ ਬਹੁਤ ਸਾਰੇ ਨੋਟਸ ਜਿਹੜੇ ਮਿਲ ਜਾਣਗੇ। ਅਗਰ ਪਹਿਲਾਂ ਨਹੀਂ ਵੀ ਪਏ ਕੁਝ ਚੀਜ਼ਾਂ ਦੇ, ਸੋ ਡੇ ਬਾਈ ਡੇ ਜਿਵੇਂ ਜਿਵੇਂ ਅਸੀਂ ਮਟੀਰੀਅਲ ਤਿਆਰ ਕਰ ਰਹੇ ਹਾਂ ਜ਼ਰੂਰ ਸ਼ੇਅਰ ਕੀਤਾ ਜਾਊਗਾ ਸਿਰਫ ਟੈਲੀਗ੍ਰਾਮ ਚੈਨਲ ਤੇ। ਸੋ ਜ਼ਰੂਰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ। ਉਮੀਦ ਹੈ ਤੁਹਾਨੂੰ ਪੜ੍ਹ ਕੇ ਚੰਗਾ ਲੱਗ ਰਿਹਾ ਹੋਊਗਾ ਐਜ਼ ਡੇਲੀ ਰੂਟੀਨ, ਕਿ ਅਗਰ ਤੁਹਾਨੂੰ ਪੜ੍ਹ ਕੇ ਚੰਗਾ ਲੱਗ ਰਿਹਾ ਹੈ ਸੋ ਜ਼ਰੂਰ 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 ਤੁਸੀਂ ਇਸ ਨੰਬਰ ਦੇ ਉੱਤੇ 9888345985 ਦੇ ਉੱਪਰ ਆਪਦੇ ਫੀਡਬੈਕ ਜ਼ਰੂਰ ਸਾਂਝੇ ਕਰ ਸਕਦੇ ਹੋ, ਠੀਕ ਹੈ ਜੀ। ਇਟਸ ਰਿਕੁਐਸਟ ਕਿ ਜ਼ਰੂਰ ਫੀਡਬੈਕ ਸਾਂਝੇ ਕਰਾਇਆ ਕਰੋ। ਇਟਸ ਮੋਟੀਵੇਸ਼ਨ ਫॉर ऑल ऑफ अस, है ना। मोटिवेशन ਹੁੰਦੀ ਹੈ, ਅਸੀਂ ਮਟੀਰੀਅਲ ਤਿਆਰ ਕਰਨਾ, ਮਟੀਰੀਅਲ ਬਣਾਉਣਾ। देयर इज़ नो फैन इन द रूम बिकॉज ਉਹਦਾ ਸ਼ੋਰ ਆਉਂਦਾ। ਸੋ ਇੰਨੀ ਮਿਹਨਤ ਕਰ ਰਹੇ ਹਾਂ, ਸੋ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਹੈ ਨਾ, ਲਾਈਕ ਜ਼ਰੂਰ ਕਰਿਆ ਕਰੋ। ਬਟ ਸਬਸਕ੍ਰਾਈਬ ਇਟਸ ਅ ਮਸਟ। ਤੁਹਾਡੇ ਘਰੇ ਜਿੰਨੇ ਫੋਨ ਨੇ ਚੱਕ ਕੇ ਉਦੋਂ ਸਬਸਕ੍ਰਾਈਬ ਕਰ ਦਿਓ। ਸੋ ਉਮੀਦ ਹੈ ਤੁਹਾਨੂੰ ਪੜ੍ਹ ਕੇ ਚੰਗਾ ਲੱਗਿਆ ਹੋਊਗਾ। ਧੰਨਵਾਦ, ਥੈਂਕ ਯੂ ਵੈਰੀ ਮਚ। ਮਿਲਦੇ ਨੈਕਸਟ ਵੀਡੀਓ, ਨੈਕਸਟ MCQs ਐਂਡ ਨੈਕਸਟ ਕਨਸੈਪਟਸ ਵਿਦ ਅ ਨਿਊ ਡੇ, ਨਿਊ ਐਨਰਜੀ। ਧੰਨਵਾਦ, ਥੈਂਕ ਯੂ ਵੈਰੀ ਮਚ।